ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਦ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜਿਆ ਵੱਡਾ ਤੇ ਪ੍ਰਾਈਮ ਮੁੱਦਾ। ਗੱਲਬਾਤ ਕਰਾਂਗੇ ਕਾਂਗਰਸ ਨੂੰ ਲੈ ਕੇ। ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਅੱਜ ਸ਼ਰੇਆਮ ਸਾਰੇ ਲੀਡਰਾਂ ਦੇ ਸਾਹਮਣੇ ਆਪਣੇ ਕੁਝ ਲੀਡਰਾਂ ਤੇ ਸਵਾਲ ਚੁੱਕੇ ਗਏ। ਕੁਝ ਨੂੰ ਚੋਰ ਤੇ ਕੁਝ ਨੂੰ ਕਾਲੇ ਠੱਗ ਵੀ ਤੱਕ ਜਿਹੜਾ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ। ਕਿਹੜੇ ਲੀਡਰਾਂ ਨੂੰ ਕਾਲੀਆਂ ਭੇਡਾਂ ਤੱਕ ਕਿਹਾ ਗਿਆ ਕਿ ਸੁਖਜਿੰਦਰ ਸਿੰਘ ਰੰਧਾਵਾ ਤੇ ਕਿਸ ਤਰੀਕੇ ਦੇ ਨਾਲ ਆਪਣੇ ਤੇ ਸਵਾਲ ਉੱਠੇ ਨੇ, ਉਸ ਤੇ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਜਿਹੜੀ ਆ ਕਾਂਗਰਸ ਦਾ ਇੱਕ ਆਟੋ ਕਲਿਸ਼ ਵੱਧ ਰਿਹਾ ਹੈ ਤੇ ਮਨਪ੍ਰੀਤ ਸਿੰਘ ਬਾਦਲ ਬਾਰੇ ਕੀ ਕਿਹਾ, ਤਾਂ ਕਿ ਮਨਪ੍ਰੀਤ ਬਾਦਲ ਹੁਣ ਕਾਂਗਰਸ ਛੱਡਣ ਜਾ ਰਹੇ ਨੇ। ਉਹਨਾਂ ਦੇ ਸਮੇਤ ਕੁਝ ਵੱਡੇ ਲੀਡਰ ਵੀ ਛੱਡਣਗੇ। ਜੇ ਛੱਡਣਗੇ ਤਾਂ ਕਿਸ ਵਾਲੇ ਪਾਸੇ ਜਾਣਗੇ, ਤਾਂ ਉਸ ਸਾਰੀਆਂ ਖਬਰਾਂ ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਸਰ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਹੈ ਉਹ ਆਪਾਂ ਸੁਖਜਿੰਦਰ ਸਿੰਘ ਰੰਧਾਵੇ ਦੀ ਜਿਹੜੀ ਕਾਲੀਆਂ ਭੇਡਾਂ ਚੋਰ ਤੱਕ ਕਿਹਾ ਆਪਣੇ ਲੀਡਰਾਂ ਨੂੰ, ਸ਼ਰੇ ਬਾਜ਼ਾਰ ਧਰਨੇ ਦੇ ਵਿੱਚ ਭਾਰੀ ਵਰਕਰਾਂ ਦਾ ਇਕੱਠ ਸੀਗਾ। ਉਹਨਾਂ ਨੇ ਆਪਣੇ ਲੀਡਰਾਂ ਨੂੰ ਕਾਲੀਆਂ ਭੇਡਾਂ ਕਾਲੇ ਚੋਰ ਤੱਕ ਕਹਿ ਦਿੱਤਾ ਗਿਆ। ਰਾਜਾ ਵੜਿੰਗ ਵੀ ਪਹਿਲਾਂ ਇਹ ਗੱਲਾਂ ਕਹਿੰਦੇ ਰਹੇ ਆ, ਕਾਲੀਆਂ ਭੇਡਾਂ ਕਾਲੇ ਚੋਰ ਕਹਿੰਦੇ ਅੱਜ ਵੀ ਸਾਡੀ ਪਾਰਟੀ ਦੇ ਵਿੱਚ ਮੌਜੂਦ ਹੈਗੇ ਆ। ਤਾਂ ਇਹ ਸੁਣਾ ਕਿਹਨੂੰ ਰਹੇ ਆ? ਜੇ ਆਪਣੀ ਤੁਹਾਡੀ ਪਾਰਟੀ ਦੇ ਵਿੱਚ ਹੈਗੀਆਂ ਕਾਲੀਆਂ ਭੇਡਾਂ ਤਾਂ ਫਿਰ ਉਹਨਾਂ ਨੂੰ ਕੱਢਦੇ ਕਿਉਂ ਨਹੀਂ? ਤੇ ਦੂਜੀ ਗੱਲ, ਜਦੋਂ ਸਰਕਾਰ ਸੀ ਉਦੋਂ ਮੋਹਰੀ ਮੰਤਰੀਆਂ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਖੁਦ ਸੀ, ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖੁਦ ਸੀ, ਮੁੱਖ ਮੰਤਰੀ ਦੇ ਸਭ ਤੋਂ ਨੇੜਲੇ ਦੋਵਾਂ ਮੁੱਖ ਮੰਤਰੀਆਂ ਦੇ ਨੇੜਲੇ ਸੁਖਜਿੰਦਰ ਰੰਧਾਵਾ ਮੰਨੇ ਜਾਂਦੇ ਸੀ। ਤੇ ਜੇ ਕਾਲੀਆਂ ਭੇਡਾਂ ਸੀ ਤਾਂ ਫਿਰ ਉਹਨਾਂ ਕਾਲੀਆਂ ਭੇਡਾਂ ਨੂੰ ਫੜਿਆ ਕਿਉਂ ਨਹੀਂ? ਤੇ ਜੇ ਉਦੋਂ ਫੜਿਆ ਕਿਉਂ ਨਹੀਂ ਤੇ ਅੱਜ ਸੁਖਜਿੰਦਰ ਰੰਧਾਵਾ ਹੋਣੀ, ਰਾਜੇ ਵੜਿੰਗ ਹੋਣੀ ਉਹਨਾਂ ਕਾਲੀਆਂ ਭੇਡਾਂ ਨੂੰ ਪਾਰਟੀ ਤੋਂ ਬਾਹਰ ਕੱਢਦੇ ਕਿਉਂ ਨਹੀਂ, ਕਾਨੂੰਨ ਦੇ ਹਵਾਲੇ ਕਰਦੇ ਕਿਉਂ ਨਹੀਂ? ਮਜਬੂਰੀ ਕੀ ਹੈ? ਹਾਂ ਸੁਖਵਿੰਦਰ ਜੀ, ਦੇਖੋ ਮਜਬੂਰੀ ਉਹਨਾਂ ਨੂੰ ਕੋਈ ਨਹੀਂ ਹੈ। ਜਿਹੜੀ ਅੱਜ ਦੇ ਸਬੰਧ ਵਿੱਚ ਜਿਸ ਤਰੀਕੇ ਦਾ ਬਿਆਨ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦਾ ਆਇਆ, ਤਾਂ ਉਸ ਤੋਂ ਪਹਿਲਾਂ ਰਾਜਾ ਵੜਿੰਗ ਦੇ ਇਹੋ ਜਿਹੇ ਬਿਆਨ ਜਿਹੜੇ ਆਉਂਦੇ ਨਹੀਂ ਕਿ ਪਾਰਟੀ ਦੇ ਅੰਦਰ ਕਾਲੀਆਂ ਭੇਡਾਂ ਮੌਜੂਦ ਨੇ ਤੇ ਅਸੀਂ ਉਹਨਾਂ ਨੂੰ ਕੁਝ ਸਮਾਂ ਦੇ ਰਹੇ ਹਾਂ। ਇਹ ਅਸਲ ਦੇ ਵਿੱਚ ਕੇਵਲ ਤੇ ਕੇਵਲ ਉਹਨਾਂ 17-18 ਵਿਧਾਇਕਾਂ ਦੀਆਂ ਗੱਲਾਂ ਨਹੀਂ ਜਿਨ੍ਹਾਂ ਨੂੰ ਇਹ ਜਿਹੜੇ ਖਾਸ ਤੌਰ ਤੇ ਸੁਖਜਿੰਦਰ ਸਿੰਘ ਰੰਧਾਵੇ ਹੋਣੀ ਆਪਣੇ ਖਾਸ ਵਿਰੋਧੀ ਸਮਝ ਰਹੇ ਆ, ਜਾਂ ਦੂਜੇ ਪਾਸੇ ਉਹਨਾਂ ਲੋਕਾਂ ਨੂੰ ਲੈ ਕੇ ਇਹ ਗੱਲ ਚੱਲ ਰਹੀ ਆ ਕਿ ਜਿਨ੍ਹਾਂ ਲੋਕਾਂ ਦਾ ਕਾਂਗਰਸ ਪਾਰਟੀ ਦੇ ਵਿੱਚ ਕੱਦ ਜਿਹੜਾ ਦਿਨ ਬ ਦਿਨ ਵੱਧਦਾ ਜਾ ਰਿਹਾ। ਨਾ ਮੇਰੇ ਕੋਲ ਤੁਸੀਂ ਨਾ ਹੀ ਪੁੱਛਿਓ, ਕੇਵਲ ਇੰਨਾ ਇਸ਼ਾਰਾ ਹੀ ਕਾਫੀ ਹੈ। ਅਸਲ 'ਚ ਸਥਿਤੀ ਹੁਣ ਜੇਕਰ ਕਾਂਗਰਸ ਪਾਰਟੀ ਦੇ 17 ਜਾਂ 18 ਵਿਧਾਇਕਾਂ ਦੀ ਜਿਹੜੇ ਇਸ ਵੇਲੇ ਵਿਧਾਨ ਸਭਾ 'ਚ ਮੌਜੂਦ ਨੇ, ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਦੌੜ ਜਿਹੜੀ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਲੱਗੀ ਆ। ਤੇ ਸੁਖਜਿੰਦਰ ਸਿੰਘ ਰੰਧਾਵਾ ਹੋਣੀ ਪਿਛਲੇ ਲੰਮੇ ਦਿਨਾਂ ਤੋਂ ਜਿਸ ਤਰੀਕੇ ਨਾਲ ਆਪਣੇ ਆਪ ਨੂੰ ਸਥਾਪਿਤ ਕਰਨ ਦੇ ਚੱਕਰ ਵਿੱਚ ਨੇ, ਉਸੇ ਹੀ ਕਾਰਨ ਜਿਹੜੀ ਅੱਜ ਉਹਨਾਂ ਦੀ ਅੰਦਰਲੀ ਜਿਹੜੀ ਇਹ ਫਰਸਟ੍ਰੇਸ਼ਨ ਆ ਇਹ ਬਾਹਰ ਜਿਹੜੀ ਆਉਂਦੀ ਮਹਿਸੂਸ ਹੁੰਦੀ ਆ। ਕਿਉਂਕਿ ਬੀਤੇ ਦਿਨਾਂ ਦੇ ਵਿੱਚ ਜਦੋਂ ਵਿਧਾਨ ਸਭਾ ਦਾ ਸੈਸ਼ਨ ਚੱਲਿਆ, ਉਸ ਸੈਸ਼ਨ ਦੇ ਵਿੱਚ ਮੇਰਾ ਨਹੀਂ ਖਿਆਲ ਕਿ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਇੱਕ ਵੀ ਸ਼ਬਦ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਜਾਂ ਉਹਨਾਂ ਦੇ ਸਾਹਮਣੇ ਬੋਲਿਆ ਹੋਵੇ। ਉਸ ਵਿਧਾਨ ਸਭਾ ਦੇ ਸੈਸ਼ਨ ਬਜਟ ਸੈਸ਼ਨ ਦੇ ਦੌਰਾਨ ਕੇਵਲ 2 ਜਾਂ 3 ਬੰਦੇ ਬੋਲੇ, ਪ੍ਰਤਾਪ ਸਿੰਘ ਬਾਜਵਾ, ਦੂਜੇ ਨੰਬਰ ਤੇ ਸੁਖਪਾਲ ਸਿੰਘ ਖਹਿਰਾ ਤੇ ਤੀਜੇ ਨੰਬਰ ਤੇ ਰਾਜਾ ਵੜਿੰਗ। ਸੁਖਜਿੰਦਰ ਸਿੰਘ ਰੰਧਾਵਾ ਹੁਣੀ ਉਹਦੇ ਜੇਕਰ ਵਿਧਾਨ ਸਭਾ ਦੇ ਵਿੱਚ ਮੌਜੂਦ ਵੀ ਸਨ, ਪਰ ਉਹਨਾਂ ਦੀ ਹਾਜ਼ਰੀ ਜਿਹੜੀ ਸੀ ਬੋਲਣ ਦੇ ਪੱਖ ਤੋਂ ਗੈਰ ਹਾਜ਼ਰ ਵਾਲੀ ਲੱਗੀ। ਤਾਂ ਉਹੋ ਜਿਹੀਆਂ ਸਥਿਤੀਆਂ ਦੇ ਵਿੱਚ ਜਦੋਂ ਇਹਨਾਂ ਨੂੰ ਮਹਿਸੂਸ ਹੋ ਰਿਹਾ ਕਿ ਇੱਕ ਦੂਜੇ ਲੀਡਰ ਗਾਂਹ ਲੰਘਦੇ ਜਾ ਰਹੇ ਆ, ਤਾਂ ਸੁਖਜਿੰਦਰ ਸਿੰਘ ਰੰਧਾਵੇ ਨੇ ਅੱਜ ਇਹ ਜਿਹੜੇ ਬੋਲ ਬੋਲੇ ਨੇ ਇਹ ਕੇਵਲ ਉਸੇ ਤਰੀਕੇ ਦੇ ਬੋਲ ਬੋਲੇ ਨੇ ਜਿਹੜੇ ਰਾਜਾ ਵੜਿੰਗ ਬੋਲਦਾ ਰਿਹਾ। ਔਰ ਕਾਰਨ ਇਸ ਦਾ ਇਹ ਹੈ ਕਿ ਰਾਜਾ ਵੜਿੰਗ ਸੁਖਜਿੰਦਰ ਸਿੰਘ ਰੰਧਾਵੇ ਤੋਂ ਬਿਨਾਂ ਨਹੀਂ ਚੱਲ ਸਕਦੇ ਤੇ ਸੁਖਜਿੰਦਰ ਸਿੰਘ ਰੰਧਾਵਾ ਰਾਜਾ ਵੜਿੰਗ ਤੋਂ ਬਿਨਾਂ ਨਹੀਂ ਚੱਲ ਸਕਦੇ। ਜਿਸ ਤਰੀਕੇ ਨਾਲ ਬੀਤੇ ਦੌਰ 'ਚ ਇਹ ਸਾਧੂ ਸਿੰਘ ਧਰਮਸੋਤ ਨੂੰ ਮਿਲ ਕੇ ਆਏ ਤੇ ਆਉਂਦਿਆਂ ਇਹਨਾਂ ਨੇ ਇੰਨੀ ਗੱਲ ਕਹੀ ਕਿ ਜਾਂਦਿਆਂ ਨਵਜੋਤ ਸਿੱਧੂ ਨੂੰ ਵੀ ਮਿਲ ਲਿਆ ਜਾਵੇ, ਪਰ ਨਵਜੋਤ ਸਿੱਧੂ ਨੇ ਇਹਨਾਂ ਨੂੰ ਸਾਫ਼ ਇਨਕਾਰ ਕਰ ਦਿੱਤਾ ਸੀ। ਤੇ ਦੂਸਰੇ ਪਾਸੇ ਹੁਣ ਜਿਹੜੇ ਮੌਜੂਦ ਸੀ ਉੱਥੇ ਲੀਡਰ, ਉਹਨਾਂ ਦੇ ਵਿੱਚ ਇੱਕ ਪਾਸੇ ਤਾਂ ਪ੍ਰਤਾਪ ਸਿੰਘ ਬਾਜਵਾ ਸੀ ਤੇ ਦੂਜੇ ਪਾਸੇ ਪ੍ਰਗਟ ਸਿੰਘ ਹੋਣੀ ਸੀ। ਪ੍ਰਗਟ ਸਿੰਘ ਤੇ ਨਵਜੋਤ ਸਿੱਧੂ ਦੀ ਆਪਸੀ ਯਾਰੀ ਦੋਸਤੀ ਕਿਹੋ ਜਿਹੀ ਰਹੀ ਆ ਉਹਦੇ ਸੰਬੰਧੀ ਸਾਨੂੰ ਕੋਈ ਚਰਚਾ ਕਰਨ ਦੀ ਲੋੜ ਨਹੀਂ। ਹਾਂ, ਪ੍ਰਤਾਪ ਸਿੰਘ ਬਾਜਵਾ ਜ਼ਰੂਰ ਮਿਲ ਕੇ ਜਦੋਂ ਬਾਹਰ ਆਏ ਤਾਂ ਬਾਹਰ ਉਹਨਾਂ ਦੇ ਸੁਰ ਵੀ ਬਦਲੇ ਹੋਏ ਸੀ। ਸੋ ਜਿਹੜੀਆਂ ਪ੍ਰਸ਼ਨ ਸੀ ਤੁਹਾਡੀਆਂ ਕਾਲੀਆਂ ਭੇਡਾਂ ਜੇਕਰ ਸੁਖਜਿੰਦਰ ਸਿੰਘ ਰੰਧਾਵਾ ਹੁਣੀ ਆਪਣਾ ਨਾਮ ਨਹੀਂ ਮਾਫ ਕਰਦਾ, ਉਹਨਾਂ ਕਾਲੀਆਂ ਭੇਡਾਂ ਦਾ ਨਾਮ ਨਸ਼ਰ ਨਹੀਂ ਕਰਨਾ ਚਾਹੁੰਦੇ, ਕੇਵਲ ਇਸ਼ਾਰੇ ਦੇ ਵਿੱਚ ਹੀ ਗੱਲ ਕਰਦੇ ਆ। ਤੇ ਜਿਹੜਾ ਪੱਤਰਕਾਰ ਆ ਉਹ ਵੀ ਆਪਣੇ ਸੁਖਵਿੰਦਰ ਜੀ ਉਹ ਵੀ ਡੈਫਾਮੇਸ਼ਨ ਤੋਂ, ਉਹ ਵੀ ਇਹਨਾਂ ਚੀਜ਼ਾਂ ਤੋਂ ਜ਼ਰੂਰ
ਬਚ ਕੇ ਚੱਲਣ ਦੀ ਕੋਸ਼ਿਸ਼ ਜਿਹੜੀ ਆ ਉਹ ਜ਼ਰੂਰ ਕਰਦਾ। ਕਾਲੀਆਂ ਭੇਡਾਂ ਉਹਨਾਂ ਨੂੰ ਵੀ ਪਤਾ ਤੇ ਲੋਕਾਂ ਨੂੰ ਵੀ ਪਤਾ। ਉਹਨਾਂ ਕਾਲੀਆਂ ਭੇਡਾਂ ਦੀ ਤਾਂ ਤੁਸੀਂ ਗੱਲ ਛੱਡ ਦਿਓ ਜਿਨ੍ਹਾਂ ਨੂੰ ਕਹਿ ਰਹੇ ਆ ਕਿ ਕਾਲੀਆਂ ਭੇਡਾਂ ਮੌਜੂਦ ਨਹੀਂ। ਜਿਹੜੀਆਂ ਕਾਲੀਆਂ ਭੇਡਾਂ ਫੜ ਕੇ ਭਗਵੰਤ ਸਿੰਘ ਮਾਨ ਨੇ ਅੰਦਰ ਕੀਤੀਆਂ ਨੇ, ਉਹਨਾਂ ਦੇ ਹੱਕ ਦੇ ਵਿੱਚ ਅੱਜ ਬੋਲਦੇ ਜਿਸ ਤਰੀਕੇ ਨਾਲ ਸੁਖਜਿੰਦਰ ਸਿੰਘ ਰੰਧਾਵੇ ਨੇ ਭਗਵੰਤ ਸਿੰਘ ਮਾਨ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਉਹਦੇ ਤੋਂ ਇਹਨਾਂ ਦੇ ਅੰਦਰਲੇ ਜਿਹੜੇ ਆਸਾਰ ਨੇ ਜਾਂ ਇਹਨਾਂ ਦੇ ਜਿਹੜੇ ਅੰਦਰਲਾ ਡਰ ਆ ਉਹ ਵੀ ਪ੍ਰਗਟ ਹੋ ਜਾਂਦਾ ਕਿ ਸੁਖਜਿੰਦਰ ਸਿੰਘ ਰੰਧਾਵੇ ਹੁਣੀ ਕਹਿਣਾ ਕੀ ਚਾਹੁੰਦੇ ਆ ਤੇ ਸੁਣਾਉਣਾ ਕਿਹਨੂੰ ਚਾਹੁੰਦੇ ਆ। ਸੋ ਕਾਲੀਆਂ ਭੇਡਾਂ, ਉਹਨਾਂ ਕਾਲੀਆਂ ਭੇਡਾਂ ਨੂੰ ਤਾਂ ਤੁਸੀਂ ਰਹਿਣ ਦਿਓ ਕਿ ਜਿਨ੍ਹਾਂ ਦੇ ਨਾਮ ਨਾ ਤਾਂ ਸੁਖਜਿੰਦਰ ਸਿੰਘ ਰੰਧਾਵਾ ਨਸ਼ਰ ਕਰਨਾ ਚਾਹੁੰਦਾ, ਨਾ ਰਾਜਾ ਵੜਿੰਗ ਹੁਣੀ ਬੋਲਦੇ ਆ। ਦੁਖੀ ਕਿਸ ਗੱਲ ਤੋਂ ਆ? ਕਿਉਂਕਿ ਕਾਲੀਆਂ ਭੇਡਾਂ ਦੀ ਤੁਸੀਂ ਗੱਲ ਕਰਦੇ ਰਹੇ, ਜਿਵੇਂ ਪਹਿਲਾਂ ਕਿਹਾ ਕਿ ਸੁਖਜਿੰਦਰ ਰੰਧਾਵਾ ਕੋਲੇ ਖੁਦ ਕੋਲੇ ਪਾਵਰ ਸੀ, ਕੈਪਟਨ ਅਮਰਿੰਦਰ ਸਿੰਘ ਦੇ ਕਿਸੇ ਟਾਈਮ ਨੇੜੇ ਰਹੇ, ਬੋਲੇ ਤੱਕ ਨਹੀਂ, ਜਦੋਂ ਸਿੱਧੂ ਬੋਲਿਆ ਫਿਰ ਬੋਲੇ, ਫਿਰ ਉਸ ਤੋਂ ਬਾਅਦ ਖੁਦ ਗ੍ਰਹਿ ਮੰਤਰੀ ਰਹੇ, ਇਹਨਾਂ ਕੋਲੇ ਸਾਰੇ ਵਿਭਾਗ ਸੀ, ਮੁੱਖ ਮੰਤਰੀ ਦੇ ਉਦੋਂ ਵੀ ਨੇੜੇ ਸੀ। ਫਿਰ ਕਾਲੀਆਂ ਭੇਡਾਂ ਨੂੰ ਇਹਨਾਂ ਦੇ ਵੱਲੋਂ ਫੜ ਲਿਆ ਜਾਣਾ ਚਾਹੀਦਾ ਸੀਗਾ, ਔਰ ਫਿਰ ਜੇ ਨਹੀਂ ਫੜਿਆ ਤੇ ਜੇ ਅੱਜ ਦੀ ਗੱਲ ਹੈ ਤਾਂ ਫਿਰ ਤੁਸੀਂ ਕਹਿੰਦੇ ਹੋ ਕਿ ਮੈਂ ਬੜਾ ਸੀਨੀਅਰ ਹਾਂ, ਪ੍ਰਧਾਨ ਦੇ ਨਾਲ ਤੁਸੀਂ ਚੱਲਦੇ ਹੋ ਤੇ ਕਾਲੀਆਂ ਭੇਡਾਂ ਨੂੰ ਬਾਹਰ ਕੱਢ ਦਿਓ। ਤੇ ਘੱਟੋ ਘੱਟ ਜੇ ਤੁਹਾਡੇ ਤੋਂ ਹੀ ਕੁਝ ਹੋ ਨਹੀਂ ਰਿਹਾ, ਜੇ ਤੁਸੀਂ ਕੁਝ ਕਰਨ ਜੋਗੇ ਨਹੀਂ, ਤੇ ਜੇ ਮੁੱਖ ਮੰਤਰੀ ਇਹ ਕੰਮ ਕਰ ਰਿਹਾ ਤੇ ਫਿਰ ਤੁਸੀਂ ਉਹਦੇ ਖਿਲਾਫ ਕਿਉਂ ਬੋਲਦੇ ਹੋ? ਫਿਰ ਤੁਸੀਂ ਕਾਲੀਆਂ ਭੇਡਾਂ ਦੇ ਹੱਕ ਦੇ ਵਿੱਚ ਕਿਉਂ ਜਾਂਦੇ ਹੋ? ਇਹ ਸਵਾਲ ਤਾਂ ਜਿਹੜੇ ਆਪਣੇ ਆਪ ਤੇ ਸੁਖਜਿੰਦਰ ਸਿੰਘ ਰੰਧਾਵੇ ਤੇ ਖੜੇ ਹੁੰਦੇ ਆ, ਕਿਤੇ ਨਾ ਕਿਤੇ ਮੈਨੂੰ ਲੱਗਦਾ ਉਹਨਾਂ ਨੇ ਆਪਣਾ ਵੀ ਬਚਾਅ ਕੀਤਾ। ਕਹਿੰਦੇ ਕਿ ਅੱਜ ਇਹ ਛੋਟੇ ਲੋਕਾਂ ਨੂੰ ਪੈ ਰਹੇ ਆ, ਅੱਜ ਸਾਡੇ ਵਰਕਰਾਂ ਨੂੰ ਪੈ ਰਹੇ ਆ, ਕੱਲ ਨੂੰ ਇਹ ਸਾਨੂੰ ਪੈਣਗੇ। ਇਹ ਗੱਲਾਂ ਤੁਸੀਂ ਸ਼ਾਇਦ ਸੁਣੀਆਂ ਹੋਣਗੀਆਂ ਵਿੱਚ। ਕਹਿੰਦੇ ਕੱਲ ਨੂੰ ਇਹ ਸਾਨੂੰ ਵੀ ਪੈਣਗੇ, ਇਸ ਤੋਂ ਪਹਿਲਾਂ ਸਾਨੂੰ ਪੈਣ, ਆਪਾਂ ਕਹਿੰਦੇ ਅਫਸਰਾਂ ਨੂੰ ਚੱਲ ਕੇ ਘੇਰੀਏ, ਸਰਕਾਰ ਨੂੰ ਚੱਲ ਕੇ ਘੇਰੀਏ। ਯਾਨੀ ਕਿ ਇਹ ਧਰਨੇ ਸੋਨੀਆ ਗਾਂਧੀ ਦੇ ਕਰਕੇ ਨਹੀਂ, ਇਹ ਧਰਨੇ ਕਿਸੇ ਹੋਰ ਦੇ ਕਰਕੇ ਨਹੀਂ, ਧਰਨੇ ਆਪਣੇ ਬਚਾਅ ਲਈ ਕੀਤੇ ਜਾ ਰਹੇ ਆ ਇਹਨਾਂ ਦੇ ਵੱਲੋਂ। ਕਿਵੇਂ ਦੇਖਦੇ ਹੋ? ਸੁਖਵਿੰਦਰ ਜੀ, ਇਹ ਤਾਂ ਗੱਲ ਸੁਖਜਿੰਦਰ ਸਿੰਘ ਰੰਧਾਵਾ ਦਾ ਇਹ ਦੋਗਲਾ ਚਿਹਰਾ ਤਾਂ ਉਸ ਦਿਨ ਹੀ ਸਾਹਮਣੇ ਆ ਜਾਂਦਾ ਜਿਸ ਦਿਨ ਕਰਪਸ਼ਨ ਦੇ ਕੇਸ ਦੇ ਵਿੱਚ ਧਰਮਸੋਤ ਅੰਦਰ ਡੱਕੇ ਨੇ, ਤੇ ਅੱਜ ਉਸ ਸਾਧੂ ਸਿੰਘ ਧਰਮਸੋਤ ਦੀ ਰਿਪੋਰਟ ਐਸਸੀ ਸਕਾਲਰਸ਼ਿਪ ਘਟਾਲੇ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵੀ ਸੀਐਮ ਕੋਲ ਰਿਪੋਰਟ ਜਿਹੜੀ ਆ ਉਹ ਅੱਜ ਦੀ ਤਰੀਕ 'ਚ ਮੰਗ ਰਹੀ ਹੈ ਕਿ ਇਹਦੇ ਸੰਬੰਧੀ ਤੁਸੀਂ ਕਾਰਵਾਈ ਕੀ ਕੀਤੀ ਆ। ਤੇ ਦੂਜੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਜੇਕਰ ਤਾਂ ਸਾਧੂ ਸਿੰਘ ਧਰਮਸੋਤ ਵਰਗੇ ਵਿਅਕਤੀਆਂ ਨੂੰ ਮਿਲਦੇ ਨੇ, ਸੰਗਤ ਸਿੰਘ ਗਿਲਜੀਆ ਨੂੰ ਵੀ ਜਾ ਕੇ ਕੋਰਟ ਦੇ ਵਿੱਚ ਜਾ ਕੇ ਮਿਲਦੇ ਨੇ, ਤਾਂ ਫਿਰ ਤਾਂ ਉਹਨਾਂ ਦਾ ਦੋਗਲਾ ਚਿਹਰਾ ਸਾਹਮਣੇ ਆ ਹੀ ਜਾਂਦਾ ਕਿ ਜਿੱਥੋਂ ਉਹਨਾਂ ਦਾ ਆਪਣਾ ਅੰਦਰਲਾ ਡਰ ਪ੍ਰਗਟ ਹੁੰਦਾ। ਬਾਰ-ਬਾਰ ਉਹ ਤਿਹਾੜ ਜੇਲ੍ਹ ਦੀ ਗੱਲ ਕਰਦੇ ਆ ਕਿ ਤਿਹਾੜ ਜੇਲ੍ਹ ਦੇ ਵਿੱਚ ਲਾਰੈਂਸ ਬਿਸ਼ਨੋਈ ਜਾਂ ਦੂਜੇ ਬੰਦੇ ਨੇ, ਕਿਉਂਕਿ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਕਿ ਹਰਜੋਤ ਬੈਂਸ ਉਹਨਾਂ ਨੇ ਬੀਤੇ ਦਿਨ ਜਦੋਂ ਮੁਖਤਾਰ ਅੰਸਾਰੀ ਦਾ ਮੁੱਦਾ ਚੁੱਕਿਆ ਸੀ ਤਾਂ ਉਸ ਵੇਲੇ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਇਨਡਾਇਰੈਕਟਲੀ ਸਿੱਧੇ ਤਰੀਕੇ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਦਾ ਬਚਾਅ ਕਰਦੇ ਨਜ਼ਰ ਆਏ ਸੀ। ਸੋ ਬੜੀਏ ਖਤਰੇ ਜਿਹੜੇ ਨੇ ਜਿਸ ਤਰੀਕੇ ਨਾਲ ਤੁਸੀਂ ਕਹਿੰਦੇ ਹੁੰਦੇ ਜੇ ਕਿ ਹਰ ਬੰਦਾ ਭਗਵੰਤ ਸਿੰਘ ਮਾਨ ਦੀ ਕਹਿਰਵਾਨ ਦ੍ਰਿਸ਼ਟੀ ਤੋਂ ਬਚਣ ਦੀ ਕੋਸ਼ਿਸ਼ ਕਰਦਾ, ਖਾਸ ਤੌਰ ਤੇ ਸਾਬਕਾ ਮੰਤਰੀ ਜਾਂ ਸਾਬਕਾ ਵਿਧਾਇਕ। ਹੁਣ ਹੌਲੀ ਜਿਹੜਾ ਸਕੰਜਾ ਆ ਉਹ ਲੱਗਦਾ ਕਿ ਇਹਨਾਂ ਦੇ ਬੋਲਾਂ ਤੋਂ ਕਿ ਉਹ ਸਰਦਾਰ ਸੁਖਜਿੰਦਰ ਸਿੰਘ ਰੰਧਾਵੇ ਦੇ ਵੀ ਆਲੇ ਦੁਆਲੇ ਕੱਸਿਆ ਜਾ ਰਿਹਾ, ਕਿਉਂਕਿ ਬੀਤੇ ਦਿਨ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਿਸ ਤਰੀਕੇ ਦੇ ਇੰਕਸ਼ਾਫ ਕੀਤੇ ਸਨ ਮੁਖਤਾਰ ਅੰਸਾਰੀ ਨੂੰ ਲੈ ਕੇ ਤੇ ਜੇਲ੍ਹਾਂ ਦੇ ਵਿੱਚ ਕੁਝ ਹੋਰ ਮੁੱਦਿਆਂ ਨੂੰ ਲੈ ਕੇ ਜਿਹੜਾ ਘਪਲੇਬਾਜ਼ੀਆਂ ਹੋਈਆਂ ਨੇ, ਉਹਨਾਂ ਦੇ ਸੰਦਰਭ 'ਚ ਇਸ ਗੱਲ ਨੂੰ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਸਕੰਜਾ ਸੁਖਜਿੰਦਰ ਸਿੰਘ ਰੰਧਾਵੇ ਹੋਰਾਂ ਨੂੰ ਸ਼ਾਇਦ ਆਪਣੇ ਵੱਲ ਕੱਸਦਾ ਨਜ਼ਰ ਆ ਰਿਹਾ। ਇਹੋ ਹੀ ਕਾਰਨ ਆ ਕਿ ਉਹਨਾਂ ਨੇ ਅੱਜ ਇੱਕ ਖੁੱਲਾ ਚੈਲੰਜ ਦਿੱਤਾ ਕਿ ਆਓ ਅਸੀਂ ਵਿਜੀਲੈਂਸ ਦੇ ਅਫਸਰਾਂ ਨੂੰ ਜਿਹੜੇ ਅੰਦਰ ਬੈਠੇ ਆ ਉਹਨਾਂ ਨੂੰ ਘੇਰੀਏ। ਪਰ ਸੁਖਵਿੰਦਰ ਜੀ, ਗੱਲ ਇਹ ਆ ਕਿ ਪੰਜਾਬ ਦੇ ਇਹ ਗ੍ਰਹਿ ਮੰਤਰੀ ਰਹੇ ਨੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ, ਤਾਂ ਉਸ ਵਕਤ ਗ੍ਰਹਿ ਮੰਤਰੀ ਹੋਣ ਦੇ ਨਾਤੇ ਇਹਨਾਂ ਕੋਲ ਵਿਜੀਲੈਂਸ ਵਿਭਾਗ ਵੀ ਜਿਹੜਾ ਮੌਜੂਦ ਸੀ। ਤਾਂ ਜੇਕਰ ਉਸ ਸਮੇਂ ਸੁਬੇਰ ਸਿੰਘ ਸੈਣੀ ਨੂੰ ਰਾਤ ਨੂੰ ਅੰਦਰ ਲਿਆ ਕਿ ਅੰਦਰ ਡੱਕ ਸਕਦੇ ਆ, ਕਿਸੇ ਬਹਾਨੇ ਸੱਦ ਸਕਦੇ ਆ, ਤਾਂ ਉਸ ਵਕਤ ਤਾਂ ਕਿਸੇ ਨੇ ਕੁਝ ਨਹੀਂ ਕੀਤਾ। ਪਰ ਘੱਟੋ ਘੱਟ ਜੇਕਰ ਹੁਣ ਤੁਹਾਡੀ ਸਰਕਾਰ ਦੇ ਸਾਬਕਾ ਮੰਤਰੀਆਂ ਨੂੰ ਜੇਕਰ ਲੋਕਾਂ ਦੇ ਸਾਹਮਣੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਨੰਗਾ ਕੀਤਾ ਜਾ ਰਿਹਾ, ਤੇ ਦੂਜੇ ਪਾਸੇ ਤੁਸੀਂ ਆਪਣੀ ਪਾਰਟੀ ਅੰਦਰ ਮੌਜੂਦ ਕਾਲੀਆਂ ਭੇਡਾਂ ਤੋਂ ਖੁਦ ਦੁਖੀ ਜੇ, ਤਾਂ ਘੱਟੋ ਘੱਟ ਤੁਸੀਂ ਤਾਂ ਸਾਫ਼ ਕਰਨੋਂ ਰਹੇ। ਜੇ ਹੁਣ ਭਗਵੰਤ ਮਾਨ ਸਾਫ਼ ਕਰਦਾ ਪਿਆ ਤਾਂ ਕਰ ਲੈਣ ਦਿਓ। ਸੋ ਇਸ ਗੱਲ ਦੇ ਉੱਤੇ ਇਹਨਾਂ ਨੂੰ ਜ਼ਰੂਰ ਥੋੜਾ ਜਿਹਾ ਸੋਚ ਲੈਣਾ ਚਾਹੀਦਾ, ਕਿਉਂ ਦੂਜੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਦੀ ਜਿਹੜੀ ਨਾ ਮੈਂ ਜੋ ਮਹਿਸੂਸ ਕੀਤਾ ਸੁਖਵਿੰਦਰ ਜੀ, ਇਸ ਵੇਲੇ ਇਹ ਜਿਹੜੇ 17 ਜਾਂ 18 ਵਿਧਾਇਕ ਨੇ, ਇਹਨਾਂ ਦੇ ਵਿੱਚ ਹੁਣ ਇੱਕ ਦੂਜੇ ਨੂੰ ਆਪਸ ਦੇ ਵਿੱਚ ਹੀ ਲਤਾੜ ਕੇ ਅੱਗੇ ਵਧਣ ਦੀ ਜਿਹੜੀ ਰੁਚੀ ਆ, ਪ੍ਰਬਲ ਰੁਚੀ ਉਹ ਨਜ਼ਰ ਆ ਰਹੀ ਆ। ਕਿਉਂਕਿ ਇੱਕ ਪਾਸੇ ਪ੍ਰਤਾਪ ਸਿੰਘ ਬਾਜਵਾ ਬੋਲਦੇ ਨੇ, ਦੂਜੇ ਦਿਨ ਸੁਖਪਾਲ ਸਿੰਘ ਖਹਿਰਾ ਕਮਾਨ ਸੰਭਾਲ ਲੈਂਦੇ ਨੇ, ਤੀਜੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਬੋਲਣ ਡੈ ਪੈਂਦੇ ਨੇ, ਤੇ ਸ਼ਾਇਦ ਕੱਲ ਨੂੰ ਜਿਸ ਤਰੀਕੇ ਨਾਲ
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੱਲ ਜਿਹੜੇ ਦੋ ਸ਼ਾਰਪ ਸ਼ੂਟਰ ਸਿੱਧੂ ਮੂਸੇਵਾਲ ਦੇ ਕਤਲकांड ਚ ਕੇਸ ਚ ਮਾਰੇ ਗਏ, ਉਹਨਾਂ ਨੂੰ ਆਧਾਰ ਬਣਾ ਕੇ ਇੱਕ ਬਿਆਨ ਦਿੱਤਾ ਕਿ ਉਹਨਾਂ ਨੂੰ ਜਿੰਦਾ ਫੜਿਆ ਜਾਣਾ ਚਾਹੀਦਾ ਸੀ। ਕਹਿਣ ਦਾ ਭਾਵ ਕਿ ਇਹ ਜਿਹੜੇ 3-4 ਕਾਂਗਰਸ ਦੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਚਲੋ ਇਹ ਤਾਂ ਬਿਆਨ ਜਿਹੜੇ ਅਣਖੀ ਸਾਹਿਬ, ਇਹ ਤਾਂ ਜਿਹੜੇ ਬਿਆਨ ਹੈ ਤਾਂ ਚਲੋ ਵਿਰੋਧੀ ਪਾਰਟੀ ਨੇ, ਪਰ ਫਿਲਹਾਲ ਤਾਂ ਕਾਂਗਰਸ ਦੀ ਆਪਣੀ ਉਹ ਲੜਾਈ ਜਿਹੜੀ ਆ ਉਹ ਮੁੱਕਦੀ ਨਹੀਂ ਨਜ਼ਰ ਆ ਰਹੀ। ਜਿੱਥੇ ਇਹ ਗੱਲਾਂ ਚੋਰ ਲੀਡਰ ਤੱਕ ਕਿਹਾ ਗਿਆ, ਉੱਥੇ ਹੀ ਮੈਨੂੰ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਤੇ ਮਨਪ੍ਰੀਤ ਸਿੰਘ ਬਾਦਲ ਦੇ ਉੱਪਰ ਨਿਸ਼ਾਨਾ ਅੱਜ ਸਾਧਿਆ ਗਿਆ, ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਨੂੰ ਚੇਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਤੇ ਮਨਪ੍ਰੀਤ ਬਾਦਲ ਨੇ ਜਾ ਕੇ ਕਹਿੰਦੇ ਸਹੁੰ ਖਾਧੀ ਸੀ ਖਟਕੜ ਕਲਾਂ ਤੇ, ਉਸ ਤੋਂ ਬਾਅਦ ਕਹਿੰਦੇ ਤੁਹਾਡੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸੀ। ਜਦੋਂ ਤੁਹਾਨੂੰ ਚੇਤਾ ਹੋਊਗਾ ਕਿ ਪੀਪੀਪੀ ਬਣਾਈ ਸੀਗੀ ਉਹਨਾਂ ਨੇ, ਪੀਪਲਜ਼ ਪਾਰਟੀ ਆਫ ਪੰਜਾਬ, ਮਨਪ੍ਰੀਤ ਬਾਦਲ ਨੇ, ਤਾਂ ਭਗਵੰਤ ਮਾਨ ਉਦੋਂ ਉਹਨਾਂ ਦੇ ਨਾਲ ਸੀ। ਤਾਂ ਉਸ ਚੀਜ਼ ਨੂੰ ਲੈ ਕੇ ਅੱਜ ਨਿਸ਼ਾਨਾ ਉਹਨਾਂ ਨੇ ਸਾਧਿਆ। ਤੇ ਕਿਤੇ ਇਹ ਤਾਂ ਨਹੀਂ ਕਿ ਮਨਪ੍ਰੀਤ ਬਾਦਲ ਦਾ ਨਾਮ ਨਹੀਂ ਵੀ ਲੈ ਸਕਦੇ ਸੀ, ਉਹ ਲਿਆ ਹੋਵੇ ਕਿ ਭਾਈ ਰਾਜੇ ਵੜਿੰਗ ਦੇ ਨਾਲ, ਨਵੇਂ ਪ੍ਰਧਾਨ ਦੇ ਨਾਲ ਮਨਪ੍ਰੀਤ ਬਾਦਲ ਦੀ ਬਣਦੀ ਨਹੀਂ ਤੇ ਮਨਪ੍ਰੀਤ ਬਾਦਲ ਤੇ ਵੀ ਨਿਸ਼ਾਨੇ ਲਾ ਦਈਏ। ਤੇ ਉਧਰੋਂ ਮਨਪ੍ਰੀਤ ਬਾਦਲ ਵੀ ਜਿਉਂ ਰਿਜ਼ਲਟ ਆਇਆ ਗਾਇਬ ਹੈ, ਰਾਜਾ ਵੜਿੰਗ ਨੂੰ ਪ੍ਰਧਾਨ ਬਣਾ ਦਿੱਤਾ ਗਿਆ, ਬਿਲਕੁਲ ਗਾਇਬ ਹੈ। ਤਾਂ ਫਿਰ ਕਿਵੇਂ ਦੇਖਦੇ ਹੋ ਕਿ ਹੁਣ ਨਿਸ਼ਾਨੇ ਵੀ ਸਾਧਨੇ ਸ਼ੁਰੂ ਕਰ ਦਿੱਤੇ? ਕੀ ਲੱਗਦਾ ਕਿ ਮਨਪ੍ਰੀਤ ਬਾਦਲ ਕੋਲੇ ਰਾਹ ਕੀ ਰਹਿ ਗਿਆ? ਕਿ ਮਨਪ੍ਰੀਤ ਬਾਦਲ ਵੀ ਮਾਈਂਡ ਚੇਂਜ ਕਰਨਗੇ? ਕਿ ਮਨਪ੍ਰੀਤ ਬਾਦਲ ਵੀ ਪਾਰਟੀ ਚੇਂਜ ਕਰਨਗੇ? ਕਿ ਮਨਪ੍ਰੀਤ ਬਾਦਲ ਵੀ ਕੋਈ ਵੱਡਾ ਕਦਮ ਜਿਹੜਾ ਉਹ ਚੁੱਕਣਗੇ? ਤੁਸੀਂ ਕਿਵੇਂ ਦੇਖਦੇ ਹੋ? ਸੁਖਵਿੰਦਰ ਜੀ, ਤੁਹਾਡੇ ਇਸ ਪ੍ਰਸ਼ਨ ਦੇ ਦੋ ਹਿੱਸੇ ਨੇ। ਬੜਾ ਮਹੱਤਵਪੂਰਨ ਇੱਕ ਪ੍ਰਸ਼ਨ ਕੀਤਾ ਜਿਹੜਾ ਪਹਿਲਾ ਹਿੱਸਾ ਸੀ ਇਸ ਪ੍ਰਸ਼ਨ ਦਾ, ਪਰ ਨਾਲ ਹੀ ਤੁਸੀਂ ਜਵਾਬ ਦੇ ਦਿੱਤਾ ਕਿ ਮਨਪ੍ਰੀਤ ਦਾ ਨਾਮ ਜਿਹੜਾ ਬਿਨਾਂ ਨਾਮ ਲਿਆ ਬਿਨਾਂ ਵੀ ਬਿਆਨ ਜਿਹੜਾ ਉਹ ਦਿੱਤਾ ਜਾ ਸਕਦਾ ਸੀ। ਜਦੋਂ ਭਗਵੰਤ ਸਿੰਘ ਮਾਨ ਹੋਣਾ ਦੇ ਖਿਲਾਫ ਸੁਖਜਿੰਦਰ ਸਿੰਘ ਰੰਧਾਵਾ ਹੋਣਾ ਨੇ ਬਿਆਨ ਦਿੱਤਾ, ਤਾਂ ਉਸ ਵੇਲੇ ਮਨਪ੍ਰੀਤ ਬਾਦਲ ਨੂੰ ਔਰ ਦੂਜੇ ਪਾਸੇ ਭਗਵੰਤ ਸਿੰਘ ਬਾਦਲ ਹੋਣਾ ਮਾਨ ਨੂੰ ਜੋੜ ਕੇ ਉਹ ਬਿਆਨ ਦੇਣਾ ਕਿ ਤੁਹਾਡੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸਨ। ਇੱਕ ਤਰੀਕੇ ਨਾਲ ਜਿਸ ਤਰ੍ਹਾਂ ਤੁਸੀਂ ਕਿਹਾ, ਆਪਣੇ ਮੌਜੂਦਾ ਪ੍ਰਧਾਨ ਨੂੰ ਇੱਕ ਮਹਿਜ ਖੁਸ਼ ਕਰਨ ਦੀ ਪ੍ਰਕਿਰਿਆ ਵਜੋਂ ਹੀ ਇਹ ਬਿਆਨ ਦਿੱਤਾ ਗਿਆ। ਇਹ ਬਿਆਨ ਭਗਵੰਤ ਸਿੰਘ ਮਾਨ ਦੇ ਖਿਲਾਫ ਤਾਂ ਦਿੱਤਾ ਜਾ ਸਕਦਾ ਸੀ, ਪਰ ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ ਇਹ ਬਿਆਨ ਸਿਰਫ ਤੇ ਸਿਰਫ ਰਾਜੇ ਵੜਿੰਗ ਨੂੰ ਖੁਸ਼ ਕਰਨ ਵਾਸਤੇ ਦਿੱਤਾ ਗਿਆ, ਜਾਂ ਇਹ ਦਰਸਾਇਆ ਗਿਆ ਕਿ ਰਾਜਾ ਵੜਿੰਗ ਜੀ ਅਸੀਂ ਤੁਹਾਡੇ ਨਾਲ ਆ। ਸੁਖਵਿੰਦਰ ਜੀ, ਮੈਂ ਤੁਹਾਨੂੰ ਥੋੜਾ ਜਿਹਾ, ਮੇਰੀ ਗੱਲ ਸ਼ਾਇਦ ਲੰਬੀ ਹੋ ਜੇ, ਤੁਹਾਨੂੰ ਯਾਦ ਹੋਵੇਗਾ ਕਿ ਸੁਖਜਿੰਦਰ ਸਿੰਘ ਰੰਧਾਵੇ ਦੀ ਨਾ ਇਹ ਇੱਕ ਅਸੀਂ ਕਹਿ ਸਕਦੇ ਕਿ ਆਦਤ ਆ, ਜਿਹੜਾ ਮੌਜੂਦਾ ਪ੍ਰਧਾਨ ਹੁੰਦਾ ਇਹਨਾਂ ਨੇ ਉਹਦੇ ਨਾਲ ਖਲੋ ਕੇ ਉਹਦੇ ਹੱਕ 'ਚ ਸੋਹਲੇ ਜਿਹੜੇ ਨਾ ਕਸੀਦੇ ਜ਼ਰੂਰ ਪੜ੍ਹਨੇ ਹੁੰਦੇ ਆ, ਸੋਹਲੇ ਜ਼ਰੂਰ ਗਾਉਣੇ ਹੁੰਦੇ ਆ। ਤੁਹਾਨੂੰ ਯਾਦ ਹੋਊਗਾ ਜਦੋਂ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਆ, ਤਾਂ ਇਹੋ ਸੁਖਜਿੰਦਰ ਸਿੰਘ ਰੰਧਾਵਾ ਤੇ ਤਰਜਿੰਦਰ ਸਿੰਘ ਬਾਜਵਾ ਨਵਜੋਤ ਸਿੰਘ ਸਿੱਧੂ ਦੇ ਸੱਜੇ ਦੇ ਖੱਬੇ ਨਜ਼ਰ ਆਉਂਦੇ ਸਨ। ਇਹੋ ਸੁਖਜਿੰਦਰ ਸਿੰਘ ਰੰਧਾਵਾ ਨਵਜੋਤ ਸਿੰਘ ਸਿੱਧੂ ਦੇ ਉਹ ਕਸੀਦੇ, ਉਹ ਸੋਹਲੇ ਗਾਉਂਦਾ ਸੀ ਕਿ ਜਿਵੇਂ ਇਨਕਲਾਬੀ ਉਧਰਾਂ ਹੀ ਆ ਗਿਆ ਹੋਵੇ, ਉਸ ਤੋਂ ਪਹਿਲਾਂ ਚੱਲ ਜਾਓ। ਤੇ ਜਦੋਂ ਫਿਰ ਕੈਪਟਨ ਅਮਰਿੰਦਰ ਸਿੰਘ ਸੀ, ਇਹੋ ਸੁਖਜਿੰਦਰ ਸਿੰਘ ਰੰਧਾਵਾ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਸਿਪਾਹ ਸਲਾਰਾਂ ਚੋਂ ਸੀ। ਤੇ ਹੁਣ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਆ, ਤਾਂ ਹੁਣ ਇਹਨਾਂ ਨੇ ਉਹਨਾਂ ਦੇ ਨਾਲ ਜਿਹੜੀ ਆ ਆਪਣਾ ਜਿਹੜਾ ਅਸੀਂ ਕਹਿ ਸਕਦੇ ਕਿ ਸੁਰ ਜਿਹੜੀ ਆ ਉਹਨਾਂ ਨੂੰ ਮਨਾ ਲਈ ਆ। ਤੇ ਈਵਨ ਕਿ ਸੁਖਜਿੰਦਰ ਸਿੰਘ ਰੰਧਾਵੇ ਦੀ ਇਹ ਸਟੇਟਮੈਂਟਾਂ ਵੀ ਬੜੀ ਵਾਰੀ ਆਈਆਂ ਕਿ ਭਈ ਅਸੀਂ ਤਾਂ ਪਾਰਟੀ ਪ੍ਰਧਾਨ ਦੇ ਪ੍ਰਤੀ ਵਫਾਦਾਰ ਆ, ਜਿਹੜਾ ਵੀ ਕੋਈ ਪਾਰਟੀ ਪ੍ਰਧਾਨ ਆ ਜੇ। ਸੋ ਜਿਹੜਾ ਵਿਅਕਤੀ ਇਸ ਨੁਕਤੇ ਨਾਲ ਚੱਲਦਾ ਕਿ ਅਸੀਂ ਪਾਰਟੀ ਦੇ ਪ੍ਰਤੀ ਵਫਾਦਾਰ ਹਾਂ, ਠੀਕ ਆ, ਪਾਰਟੀ ਦੇ ਪ੍ਰਤੀ ਵਫਾਦਾਰ ਹੋਣਾ ਇੱਕ ਬਹੁਤ ਵਧੀਆ ਕੰਮ ਹੁੰਦਾ, ਪਰ ਘੱਟ ਤੋਂ ਘੱਟ ਤੁਹਾਡੀ ਆਪਣੀ ਜ਼ਮੀਰ ਵੀ ਹੋਣੀ ਚਾਹੀਦੀ ਹੈ ਕਿ ਤੁਸੀਂ ਆਪਣੀ ਜ਼ਮੀਰ ਦੀ ਆਵਾਜ਼ ਕਿੱਥੋਂ ਤੱਕ ਸੁਣਦੇ ਜੇ। ਤੇ ਜੇਕਰ ਤੁਸੀਂ ਪਾਰਟੀ ਲੈਣਾ ਤੇ ਪਾਰਟੀ ਦੇ ਵਫਾਦਾਰ ਹੀ ਬਣ ਕੇ ਰਹਿਣਾ, ਤੇ ਫਿਰ ਝੋਲੀ ਚੁੱਕਾਂ ਦੀ ਗੱਲ ਹੈ ਨਾ, ਫਿਰ ਤਾਂ ਇੱਕ ਵੱਖਰੀ ਗੱਲ ਆ। ਉਹੋ ਜਿਹੇ ਝੋਲੀ ਚੁੱਕਾਂ ਦਾ ਨਾਮ ਜਿਹੜਾ ਉਹ ਜ਼ਿਆਦਾ ਚਿਰ ਨਹੀਂ ਚੱਲਦਾ ਹੁੰਦਾ। ਇਹ ਤੇ ਪ੍ਰਸ਼ਨ ਇੱਕ, ਇਹ ਤੁਹਾਡੇ ਪਹਿਲੇ ਪ੍ਰਸ਼ਨ ਦਾ ਜਵਾਬ ਇਹ ਸੀ। ਤੇ ਦੂਜਾ, ਤੁਸੀਂ ਮਨਪ੍ਰੀਤ ਦੀ ਗੱਲ ਕੀਤੀ, ਮਨਪ੍ਰੀਤ ਬਾਦਲ ਹੋਣਾ ਦੀ। ਮਨਪ੍ਰੀਤ ਬਾਦਲ ਹੋਣੀ ਬੀਤੇ ਲੰਬੇ ਸਮੇਂ ਤੋਂ ਚੁੱਪ ਨੇ। ਸੁਖਵਿੰਦਰ ਜੀ, ਤੁਹਾਨੂੰ ਥੋੜਾ ਜਿਹਾ ਮਨਪ੍ਰੀਤ ਦੀ ਜਿਹੜੀ ਕਾਰਜਸ਼ੈਲੀ ਹੈ ਜਾਂ ਮੋਡਸ ਆਪੈਂਡੀ ਸੰਬੰਧੀ ਮੈਂ ਗੱਲ ਕਰਾਂ, ਉਹ ਬੰਦਾ ਚੁੱਪਚਾਪ ਹੀ ਰਹਿ ਕੇ ਅੰਦਰੋਂ ਸਭ ਕੁਝ ਪੀੜਾ ਜਿਹੜੀ ਹੈ ਨਾ ਵੱਢੀ ਜਾਂਦਾ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਮੁੱਖ ਮੰਤਰੀ ਬਣਨਾ ਸੀ, ਤਾਂ ਪਰਦੇ ਦੇ ਉੱਤੇ ਸਭ ਕੁਝ ਇਹ ਕਿਹਾ ਜਾ ਰਿਹਾ ਸੀ, ਉਹਦਾ ਨਾਮ ਇਸ ਤਰ੍ਹਾਂ ਆਇਆ, ਚਰਨਜੀਤ ਸਿੰਘ ਚੰਨੀ ਉਹਨਾਂ ਦਾ ਨਾਮ ਇਸ ਤਰ੍ਹਾਂ ਆਇਆ, ਇੱਦਾਂ ਆਇਆ, ਇਹ ਹੋ ਗਿਆ, ਉਹਨੇ ਯੋਗਦਾਨ ਪਾਇਆ, ਪਹਿਲਾਂ ਉਹਦੇ ਨਾਮ ਤੇ ਗੱਲ ਆਈ, ਉਹਦੇ ਨਾਮ ਤੇ ਗੱਲ ਆਈ। ਪਰ ਬਾਅਦ ਦੇ ਵਿੱਚ ਜਿਹੜੀ ਸਕ੍ਰਿਪਟ ਜਿਹੜੀ ਲਿਖੀ ਗਈ ਸੀ ਸਾਰੀ ਚਰਨਜੀਤ ਸਿੰਘ ਚੰਨੀ ਹੁਣਾਂ ਨੂੰ ਬਣਾਉਂਦੀ, ਉਹ ਸਕ੍ਰਿਪਟ ਦੇ ਲੇਖਕ ਜਿਹੜੇ ਮਨਪ੍ਰੀਤ ਬਾਦਲ ਸਨ। ਤਾਂ ਇਹ ਵੀ ਤੁਹਾਨੂੰ ਯਾਦ ਹੋਵੇਗਾ ਕਿ ਮਨਪ੍ਰੀਤ ਬਾਦਲ ਚਰਨਜੀਤ ਸਿੰਘ ਚੰਨੀ ਜਦੋਂ ਮਿਲ ਕੇ ਮੁੱਖ ਮੰਤਰੀ ਬਣਨ ਤੋਂ ਬਾਅਦ ਜਦੋਂ ਮਨਪ੍ਰੀਤ ਬਾਦਲ ਹੁਣਾਂ ਨੂੰ ਮਿਲੇ, ਤੇ ਜਾਂਦੇ ਇਹਨਾਂ ਨੇ ਸਜਦਾ ਜਿਹੜਾ ਸੀ ਮਨਪ੍ਰੀਤ ਬਾਦਲ ਦੀ ਪਤਨੀ ਦੇ ਸਿਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਕੀਤਾ ਸੀ। ਸੋ ਮਨਪ੍ਰੀਤ ਬਾਦਲ ਜਿੱਥੋਂ ਤੱਕ ਮੈਨੂੰ ਲੱਗਦਾ
ਉਹ ਸਿਰਫ ਤੇ ਸਿਰਫ ਇਸ ਵੇਲੇ ਸਮਾਂ ਕੱਟ ਰਿਹਾ ਕਿ ਠੀਕ ਆ ਅਜੇ ਲੜਨ ਦੋ ਇਹਨਾਂ ਨੂੰ ਆਪਸ ਦੇ ਵਿੱਚ, ਜਿਹੜੇ 17-18 ਵਿਧਾਇਕ ਹੈਗੇ ਨੇ, ਠੀਕ ਆ, ਜਿਸ ਤਰੀਕੇ ਨਾਲ ਆਪਸ ਦੇ ਵਿੱਚ ਲੜਦੇ ਆ, ਮਰਦੇ ਆ, ਖਹਿਬਾਜੀ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਆ, ਖਿੱਚਣ ਦੋ। ਕਿਉਂ? ਉਸ ਦਾ ਕਾਰਨ ਇਹ ਆ ਕਿਉਂਕਿ ਉਸਦੇ ਕਾਂਗਰਸ ਹਾਈ ਕਮਾਨ ਦੇ ਜਿਹੜੇ 2 ਉੱਪਰਲੇ ਪਿੱਲਰ ਨੇ ਜਿਨ੍ਹਾਂ ਦੇ ਵਿੱਚ ਰਾਹੁਲ ਗਾਂਧੀ ਦਾ ਨਾਮ ਆਉਂਦਾ, ਉਹਦੇ ਉਹ ਕਲਾਸ ਫੈਲੋ ਰਹੇ ਨੇ, ਤੇ ਖਾਸ ਤੌਰ ਤੇ ਇਹ ਵੀ ਪਤਾ ਕਿ ਦੋਵਾਂ ਦੀ ਜਿਹੜੀ ਟਿਊਨਿੰਗ ਆ ਉਹ ਪੂਰਨ ਤੌਰ ਤੇ ਸੈੱਟ ਹੈਗੀ ਹੈ। ਕੀ ਲੱਗਦਾ, ਮੈਂ ਉਹੀ ਤੁਹਾਨੂੰ ਪੁੱਛਣ ਲੱਗਿਆ ਸੀ, ਕੀ ਲੱਗਦਾ ਕਿ ਰਾਜਾ ਵੜਿੰਗ ਜਿਹਦੇ ਨਾਲ ਪੂਰੀ ਕੱਟੜ ਦੁਸ਼ਮਣੀ ਜਿਹੜੀ ਮੰਨੀ ਜਾਂਦੀ ਹੈ ਮਨਪ੍ਰੀਤ ਬਾਦਲ ਤੇ ਰਾਜਾ ਵੜਿੰਗ ਦੀ, ਰਾਜਾ ਵੜਿੰਗ ਨੂੰ ਪ੍ਰਧਾਨ ਬਣਾ ਦਿੱਤਾ, ਉਹਨੂੰ ਸਾਰੇ ਜਿਹੜੇ ਨਿਸ਼ਾਨੇ ਤੇ ਲੈ ਰਹੇ, ਆਪਾਂ ਪਿਛਲੇ ਦਿਨ ਵੀ ਦੇਖਿਆ ਕਿ ਮਨਪ੍ਰੀਤ ਦੇ ਸਾਲੇ ਨੇ ਵੀ ਜਿਹੜਾ ਨਿਸ਼ਾਨੇ ਤੇ ਲਿਆ ਸੀਗਾ ਉਹਨਾਂ ਨੂੰ, ਤਾਂ ਲਗਾਤਾਰ ਉਹਨਾਂ ਦੇ ਵਿੱਚ ਆਪਸੀ ਖਹਿਬਾਜ਼ੀ ਚੱਲਦੀ ਰਹੀ ਹੈ। ਜਿਸ ਤਰੀਕੇ ਨਾਲ ਧੜਾ ਜਿਹੜਾ ਉਹ ਖੜਾ ਹੋ ਗਿਆ ਰਾਜੇ ਵੜਿੰਗ ਦੇ ਨਾਲ, ਜਾਂ ਆਪਾਂ ਕਹਿ ਦਈਏ ਕਿ ਇੱਕ ਕਾਂਗਰਸ ਦਾ ਧੜਾ ਜਿਹੜਾ ਮਨਪ੍ਰੀਤ ਬਾਦਲ ਦੇ ਖਿਲਾਫ ਜਿਸ ਤਰੀਕੇ ਨਾਲ ਨਜ਼ਰ ਆਇਆ, ਤਾਂ ਕੀ ਲੱਗਦਾ ਹੈ ਕਿ ਮਨਪ੍ਰੀਤ ਬਾਦਲ ਇਸ ਚੀਜ਼ ਨੂੰ ਚੁੱਪ ਚਪੀਤੇ ਹਾਲੇ ਸਹਿਣਗੇ ਜਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡਾ ਕਦਮ ਚੱਕ ਸਕਦੇ ਆ? ਤੇ ਜੇ ਵੱਡਾ ਕਦਮ ਚੱਕਦੇ ਆ ਤਾਂ ਉਹ ਵੱਡਾ ਕਦਮ ਕਿਹੜਾ ਹੋ ਸਕਦਾ? ਅਕਾਲੀ ਦਲ ਦੇ ਵਿੱਚ ਵਾਪਸੀ ਕਰਨ ਦਾ ਕੋਈ ਫਾਇਦਾ ਨਹੀਂ ਲੱਗ ਰਿਹਾ। ਜੇ ਉਹਨਾਂ ਦੇ ਵੱਲੋਂ ਕਦਮ ਚੁੱਕਿਆ ਵੀ ਜਾਂਦਾ ਤਾਂ ਫਿਰ ਰਾਹ ਮੈਨੂੰ ਲੱਗਦਾ ਬੀਜੇਪੀ ਵਾਲਾ ਹੀ ਰਿਹਾ। ਸੁਖਵਿੰਦਰ ਜੀ, ਮੈਨੂੰ ਜਦ ਤੱਕ ਮੇਰੀ ਆਪਣੀ ਸਿਆਸੀ ਸਮਝ ਆ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਅਜੇ ਮਨਪ੍ਰੀਤ ਬਾਦਲ ਹੁਣੀ ਅਜੇ ਸਭ ਕੁਝ ਸਹਿਣ ਕਰਨਗੇ, ਜੋ ਕੁਝ ਚੱਲਦਾ ਪਿਆ ਉਸ ਨੂੰ ਉਹ ਸਹਿਣ ਕਰਨਗੇ। ਅਜੇ ਉਹ ਸਮਾਂ ਢੁਕਵਾਂ ਸਮਾਂ ਨਹੀਂ ਆ ਕਿ ਉਹ ਕੋਈ ਕਦਮ ਚੁੱਕ ਕੇ ਜਾਂ ਕੋਈ ਦੂਜੀ ਪਾਰਟੀ ਜਾਂ ਬੀਜੇਪੀ 'ਚ ਜਾਣ। ਕਾਰਨ ਕੀ ਆ ਕਿ ਉਹ ਰਹਿਣਗੇ ਕਾਂਗਰਸ ਪਾਰਟੀ ਦੇ ਵਿੱਚ ਹੀ। ਅਕਾਲੀ ਦਲ ਵਿੱਚ ਵਾਪਸੀ, ਘਰ ਵਾਪਸੀ ਦਾ ਕਾਰਨ ਇਹ ਆ ਕਿ ਕਿਸੇ ਵੀ ਸੂਰਤ ਵਿੱਚ ਸੁਖਬੀਰ ਸਿੰਘ ਬਾਦਲ ਉਹਦੇ ਨਾਲ ਚੱਲਣ ਨੂੰ ਤਿਆਰ ਨਹੀਂ, ਤੇ ਨਾ ਹੀ ਮਨਪ੍ਰੀਤ ਸਿੰਘ ਬਾਦਲ ਹੁਣ ਵਾਪਸ ਜਾਣਗੇ। ਹਾਲਾਂਕਿ ਰਾਜਨੀਤੀ 'ਚ ਕੋਈ ਪਤਾ ਨਹੀਂ ਹੁੰਦਾ ਕਿ ਕਿਸੇ ਅਗਲੇ ਪਲ ਕੀ ਹੋ ਜਾਣਾ, ਪਰ ਜੋ ਸਥਿਤੀਆਂ ਨੇ, ਸਥਿਤੀਆਂ ਇਹ ਨੇ ਕਿ ਜਦੋਂ ਤੱਕ ਕਾਂਗਰਸ ਪਾਰਟੀ ਨੇ ਦੁਬਾਰਾ ਫਾਰਮ ਦੇ ਵਿੱਚ ਆਉਣਾ, ਇਸ ਗੱਲ ਨੂੰ ਜਿਹੜਾ ਧਿਆਨ ਨਾਲ ਸਮਝਣ ਦਾ ਯਤਨ ਕਰਿਓ ਕਿ ਅਜੇ ਕਾਂਗਰਸ ਪਾਰਟੀ ਜਾਂ ਰਾਜਾ ਵੜਿੰਗ ਬਹੁਤ ਤੇਜ਼ੀ ਨਾਲ ਚੱਲਦੇ ਪਏ ਆ। ਰਾਜਾ ਵੜਿੰਗ ਨੂੰ ਪ੍ਰਧਾਨਗੀ ਨਵੀਂ ਮਿਲੀ ਆ ਤੇ ਅਜੇ ਉਸ ਤੇਜ਼ੀ ਦੇ ਵਿੱਚ ਦੌੜਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਇਹ ਗੱਲ ਸੋਚਦੇ ਪਏ ਆ ਜਾਂ ਇਸ ਗੱਲ ਨੂੰ ਸਭ ਕੁਝ ਝੱਲਣ ਡੇ ਆ ਕਿ ਇੱਕ ਨਾ ਇੱਕ ਦਿਨ ਰਾਜਾ ਵੜਿੰਗ ਨੇ ਹੱਫ ਜਾਣਾ ਤੇ ਹੱਫ ਕੇ ਬਹਿ ਜਾਣਾ। ਫਿਰ ਜਿਹੜੇ ਕਾਂਗਰਸੀ ਫਿਰ ਉੱਠਣਗੇ ਤਾਂ ਫਿਰ ਮਨਪ੍ਰੀਤ ਬਾਦਲ ਦਾ ਵੀ ਨਾਮ ਜਿਹੜਾ ਉਹ ਅੱਗੇ ਆ ਸਕਦਾ। ਸੋ ਮੇਰਾ ਨਹੀਂ ਖਿਆਲ ਕਿ ਇੱਕ ਚੰਗੇ ਭਲੇ ਅਸੀਂ ਕਹਿ ਸਕਦੇ ਕਿ ਰਾਜਨੀਤਿਕ ਜੀਵਨ ਦੇ ਵਿੱਚ ਆਪਣੀ ਗੱਲਬਾਤ ਜਿਸ ਤਰੀਕੇ ਨਾਲ ਉਹ ਬੀਤੇ ਕੈਪਟਨ ਦੀ ਵਜ਼ਾਰਤ ਵਿੱਚ ਉਸ ਚਰਨਜੀਤ ਸਿੰਘ ਚੰਨੀ ਦੀ ਸਰਕਾਰ 'ਚ ਬਤੌਰ ਖਜ਼ਾਨਾ ਮੰਤਰੀ ਰਹੇ ਆ। ਬੇਸ਼ੱਕ ਆਊਟਪੁੱਟ ਉਹਨਾਂ ਦੀ ਜ਼ੀਰੋ ਰਹੀ ਹੋਵੇ, ਪਰ ਫਿਰ ਵੀ ਉਹਨਾਂ ਨੇ ਰਾਜਸੀ ਸੱਤਾ ਦਾ ਸੁੱਖ ਮਾਨਿਆ। ਮੇਰਾ ਨਹੀਂ ਖਿਆਲ ਕਿ ਇੰਨੀ ਜਲਦੀ ਉਹ ਕਾਂਗਰਸ ਪਾਰਟੀ ਨੂੰ ਛੱਡਣਗੇ। ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਣ ਦਾ ਸਵਾਲ ਇਸ ਕਰਕੇ ਪੈਦਾ ਨਹੀਂ ਹੁੰਦਾ ਕਿਉਂਕਿ ਅਜੇ ਤੱਕ ਉਹਨਾਂ ਨੇ ਕਦੇ ਵੀ ਨਾ ਤਾਂ ਨਰਿੰਦਰ ਮੋਦੀ ਦੇ ਖਿਲਾਫ ਤੇ ਨਾ ਹੀ ਕਦੇ ਉਹਨਾਂ ਦੇ ਹੱਕ 'ਚ, ਨਾ ਹੀ ਕਿਸਾਨੀ ਅੰਦੋਲਨ ਦੇ ਖਿਲਾਫ, ਨਾ ਉਹਨਾਂ ਦੇ ਹੱਕ 'ਚ ਕੋਈ ਸਟੇਟਮੈਂਟਾਂ ਜਾਰੀ ਕੀਤੀਆਂ ਨੇ। ਉਹ ਕੇਵਲ ਤੇ ਕੇਵਲ ਇਹੋ ਜਿਹੇ ਵਿਅਕਤੀ ਨੇ ਕਿ ਚੁੱਪ ਕਰਕੇ ਅੱਖਾਂ ਬੰਦ ਕਰਕੇ ਵੇਖੋ, ਸਾਰੇ ਹਾਲਾਤਾਂ ਦਾ ਜਾਇਜ਼ਾ ਲਈ ਚਲੋ, ਤੇ ਜਦੋਂ ਬੰਦਾ ਸਥਿਤੀਆਂ ਬਦਲਣਗੀਆਂ ਉਸ ਵੇਲੇ ਜਿਹੜੀ ਜ਼ੋਰ ਦੀ ਸੱਟ ਜਿਹੜੀ ਉਹ ਮਾਰੀ ਜਾਵੇ। ਮੈਨੂੰ ਜੋ ਮਨਪ੍ਰੀਤ ਦੀ ਕਾਰਜਸ਼ੈਲੀ ਲੱਗਦੀ ਹੈ, ਕਿਉਂਕਿ ਪਹਿਲਾਂ ਉਹਨਾਂ ਨੇ ਅਕਾਲੀ ਦਲ ਨੂੰ ਛੱਡਿਆ, ਫਿਰ ਉਹਨਾਂ ਨੇ ਆਪਣੀ ਪੀਪੀਏ ਪਾਰਟੀ ਬਣਾਈ, ਫਿਰ ਉਸ ਨੂੰ ਮਰਜ ਫਿਰ ਕਾਂਗਰਸ 'ਚ ਕੀਤਾ, ਤਾਂ ਸੁਖਵਿੰਦਰ ਜੀ ਲੋਕਾਂ ਨੇ ਵੀ ਇਹਨਾਂ ਗੱਲਾਂ ਨੂੰ ਨੋਟ ਕਰਨਾ ਹੁੰਦਾ। ਰਾਜਸੀ ਨੇਤਾ ਵੀ ਇਹਨਾਂ ਗੱਲਾਂ ਨੂੰ ਨੋਟ ਕਰਦੇ ਆ। ਪਰ ਜਿਸ ਤਰੀਕੇ ਦੇ ਨਾਲ ਸਥਿਤੀ ਬਣੀ ਹੋਈ ਹੈ ਉਹਨਾਂ ਦੀ ਕਰੋ ਜਾਂ ਮਰੋ ਦੀ ਸਥਿਤੀ ਹੈ, ਜੋ ਤੁਸੀਂ ਸਥਿਤੀਆਂ ਪਾਰਟੀਆਂ ਗਣਾਤੀਆਂ, ਕਰੋ ਜਾਂ ਮਰੋ ਦੀ ਸਥਿਤੀ ਹੈ, ਔਰ ਮੇਰੇ ਖਿਆਲ 'ਚ ਉਹ ਵੀ ਤਾਕ 'ਚ ਨੇ, ਉਹ ਵੀ ਪੂਰੇ ਕਹਿੰਦੇ ਨਾ ਟੇਕ ਲਾ ਕੇ ਬੈਠੇ ਹੋਣਗੇ ਕਿ ਇੱਥੇ ਟਿਕਣ ਦਾ ਫਾਇਦਾ ਜਾਂ ਨਹੀਂ ਫਾਇਦਾ, ਕਿਉਂਕਿ ਰਾਜਨੇਤਾ ਜਿਹੜਾ ਹੁੰਦਾ ਉਹ ਬਹੁਤੀ ਦੇਰ ਚੁੱਪ ਚਪੀਤੇ ਜਿਹੜਾ ਉਹ ਬਹਿ ਨਹੀਂ ਸਕਦਾ। ਔਰ ਮਨਪ੍ਰੀਤ ਬਾਦਲ ਦੀ ਜਿਹੜੀ ਇਹ ਮੰਨੀ ਗਈ ਹੈ ਗੱਲ ਕਿ ਜਦੋਂ ਚੁੱਪ ਚਪੀਤੇ ਬੈਠੇ ਨੇ ਤਾਂ ਇਹਦਾ ਮਤਲਬ ਕੁਝ ਸੋਚ ਰਹੇ ਨੇ, ਕੁਝ ਕਰਨ ਬਾਰੇ ਸੋਚ ਰਹੇ ਨੇ। ਹੁਣ ਕੀ ਲੱਗਦਾ ਕਿ ਟੇਕ ਇਹੀ ਹੋਊਗੀ ਕਿ ਟਿਕੀਏ ਜਾਂ ਫਿਰ ਛਾਲ ਮਾਰੀਏ? ਹਾਂ, ਬਿਲਕੁਲ ਇਹ ਤਾਂ ਗੱਲ ਜ਼ਰੂਰੀ ਹੈ ਕਿ ਕੋਈ ਵੀ ਰਾਜਨੀਤਿਕ ਆਗੂ ਉਹਨਾਂ ਚਿਰ ਤੱਕ ਸਰਵਾਈਵ ਨਹੀਂ ਕਰ ਸਕਦਾ ਜਿੰਨਾ ਚਿਰ ਤੱਕ ਉਹ ਲੋਕਾਂ ਦੇ ਵਿੱਚ ਜਾਂਦਾ ਨਹੀਂ। ਤਾਂ ਇਸ ਵੇਲੇ 4 ਮਹੀਨੇ ਹੋ ਚਲੇ ਨੇ, ਉਹ ਬਿਲਕੁਲ ਪੂਰਨ ਤੌਰ ਤੇ ਆਪਣੇ ਘਰ ਬੈਠੇ ਨੇ, ਕਦੇ ਕੋਈ ਬਿਆਨ, ਕਦੇ ਕੋਈ ਚਰਚਾਵਾਂ 'ਚ ਉਹ ਨਹੀਂ ਆਏ। ਤਾਂ ਸ਼ਾਇਦ ਉਹ ਕਿਸੇ ਢੁਕਵੇਂ ਸਮੇਂ ਦੀ ਤਾਕ ਦੇ ਵਿੱਚ ਹੀ ਹਨ ਕਿ ਉਹ ਢੁਕਵਾਂ ਸਮਾਂ ਆਏ ਤੇ ਆਪਣਾ ਫੈਸਲਾ ਜਿਹੜਾ ਕੀਤਾ ਜਾਵੇ। ਬਾਕੀ ਮੈਨੂੰ ਢੁਕਵਾਂ ਸਮਾਂ ਇਹੋ ਹੀ ਲੱਗਦਾ ਕਿ ਉਹ ਰਾਜਾ ਵੜਿੰਗ ਦੀ ਉਸ ਦੌੜ ਨੂੰ ਵੇਖਦੇ ਪਏ ਆ, ਜਿਹੜਾ ਰਾਜਾ ਵੜਿੰਗ ਆਪਣੀ ਇਸ ਦੌੜ ਨੂੰ ਲੈ ਕੇ ਚੱਲਦਾ ਪਿਆ, ਤੇ ਜਿਹਦੇ ਵਿੱਚ ਸਿਰਫ ਤੇ ਸਿਰਫ ਉਹਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ, ਰਾਜਾ ਵੜਿੰਗ ਨਾਲ ਨਜ਼ਰ ਆਉਂਦੇ ਨੇ। ਕੇਵਲ ਅੱਜ ਦੀ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਇਹ ਦੋ ਨੇਤਾ ਹੀ ਬਤੌਰ ਪਾਰਟੀ ਪ੍ਰਧਾਨ ਸੁਖਜਿੰਦਰ ਸਿੰਘ ਰੰਧਾਵਾ ਹੀ ਉਹਦੇ ਨਾਲ ਨਜ਼ਰ ਹੀ ਆਏ ਨੇ। ਹੋਰ ਕੋਈ ਆਗੂ ਮੈਨੂੰ ਨਹੀਂ ਲੱਗਦਾ ਕਿ ਰਾਜਾ ਵੜਿੰਗ ਨਾਲ ਨਜ਼ਰ
ਆਵੇਜਾਮ ਦਿਖਾਈ ਦਿੱਤਾ ਹੋਵੇ ਬੀਤੇ ਦੌਰ 'ਚ। ਬਿਲਕੁਲ। ਤੇ ਸ਼ਾਇਦ ਇਸੇ ਹੀ ਗੱਲ ਨੂੰ ਮਨਪ੍ਰੀਤ ਸਿੰਘ ਬਾਦਲ ਹੁਣੀ ਲੈ ਰਹੇ ਆ ਕਿ ਵੇਖਦੇ ਆ ਕਿ ਉਹ ਵਕਤ ਕਿਹੜਾ ਕਿ ਰਾਜਾ ਵੜਿੰਗ ਕਦੋਂ ਹੱਫਦਾ ਤੇ ਕਦੋਂ ਫਿਰ ਜਿਹੜੀ ਚੋਟ ਆ ਉਹ ਮਾਰਦੀ ਆ। ਸਰ ਕਈ ਵਾਰੀ ਸੁਖਵਿੰਦਰ ਜੀ ਇਸ ਤਰ੍ਹਾਂ ਹੁੰਦਾ ਕਈ ਗੱਲਾਂ ਕਿ ਕਦੇ ਜਿਹੜੀ ਚੁੱਪ ਹੁੰਦੀ ਨਾ ਕਿਸੇ ਇਹ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਹੁੰਦੀ ਆ। ਤਾਂ ਇਹ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿਹੜੀ ਮਨਪ੍ਰੀਤ ਸਿੰਘ ਬਾਦਲ ਦੀ ਇਹ ਚੁੱਪ ਆ ਇਹ ਅਜੇ ਸਥਿਤੀਆਂ ਦੇ ਵੇਖੋ ਤੇ ਇੰਤਜ਼ਾਰ ਕਰਨ ਦੀ ਆ। ਅਜੇ ਇੰਨੀ ਜਲਦੀ ਉਹ ਰਾਜਸੀ ਪਾਲਾ ਨਹੀਂ ਪਲਟੇਗਾ ਕਿਉਂਕਿ ਜੇਕਰ ਜਾਂਦੇ ਨੇ ਅਜੇ 2024 ਦੀ ਜਾਂ 2027 ਸੁਖਵਿੰਦਰ ਜੀ ਬੜਾ ਦੂਰ ਹੈ। ਦੂਰ ਪਿਆ ਬਿਲਕੁਲ ਬਿਲਕੁਲ। ਟਾਣਕੇ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਰਾਏ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦੀ ਦਿਓ ਇਜਾਜ਼ਤ। ਧੰਨਵਾਦ।